ਦੋਸਤੋ, ਕੀ ਤੁਸੀਂ ਕਦੇ ਆਪਣੀ ਹੈਂਡਰਾਈਟਿੰਗ ਨੂੰ ਧਿਆਨ ਨਾਲ ਵੇਖਿਆ ਹੈ ਤੇ ਸੋਚਿਆ ਹੈ ਕਿ ਜਦ ਤੁਸੀਂ ਲਿਖਦੇ ਹੋ ਤਾਂ ਲਿਖਣ ਸਮੇਂ ਤੁਹਾਡੀ ਹੈਂਡਰਾਈਟਿੰਗ ਦੀ ਸਲਾਂਟ, ਕਹਿਣ ਤੋਂ ਭਾਵ ਕਿ ਝੁਕਾਅ ਕਿਸ ਪਾਸੇ ਹੁੰਦਾ ਹੈ? ਤੁਹਾਡੀ ਹੈਂਡਰਾਈਟਿੰਗ ਸੱਜੇ ਪਾਸੇ ਝੁਕਦੀ ਹੈ, ਤੁਹਾਡੀ ਹੈਂਡਰਾਈਟਿੰਗ ਸਿੱਧੀ ਹੈ ਜਾਂ ਖੱਬੇ ਪਾਸੇ ਵੱਲ ਝੁਕਦੀ ਹੈ? ਤੁਹਾਡੀ ਹੈਂਡਰਾਈਟਿੰਗ ਵਿੱਚ ਸ਼ੁਰੂਆਤ ਦੇ ਸਟਾਰਟ ਸਟ੍ਰੋਕ ਤੇ ਐਂਡ ਸਟ੍ਰੋਕ ਕਿਸ ਤਰ੍ਹਾਂ ਦੇ ਨੇ? ਤੁਹਾਡੀ ਹੈਂਡਰਾਈਟਿੰਗ ਵਿੱਚ ਅੱਖਰਾਂ ਦਾ ਰੂਪ ਤੇ ਆਕਾਰ, ਫਾਰਮ ਤੇ ਸਾਈਜ਼ ਕਿਹੋ ਜਿਹਾ ਹੈ? ਤਿੱਖੇ ਨੇ, ਥੋੜੇ ਗੋਲ ਮਟੋਲ ਨੇ? ਅੱਖਰਾਂ ਵਿੱਚ ਦੂਰੀ, ਸ਼ਬਦਾਂ ਵਿੱਚ ਦੂਰੀ, ਲਾਈਨਾਂ ਵਿੱਚ ਦੂਰੀ, ਤੁਹਾਡੇ ਦੁਆਰਾ ਛੱਡੀ ਗਈ ਪੇਜ ਦੀ ਮਾਰਜਨ। ਜਦ ਤੁਸੀਂ ਲਿਖਦੇ ਹੋ ਤਾਂ ਕੀ ਤੁਹਾਡੀ ਲਾਈਨ ਲਿਖਦਿਆਂ ਹੇਠਾਂ ਵੱਲ ਚਲੀ ਜਾਂਦੀ ਹੈ ਜਾਂ ਤੁਹਾਡੇ ਲਿਖਦਿਆਂ ਤੁਹਾਡੀ ਲਾਈਨ ਉੱਪਰ ਵੱਲ ਚਲੀ ਜਾਂਦੀ ਹੈ? ਤੁਹਾਡੇ ਦੁਆਰਾ ਲਿਖੀ ਗਈ ਵਾਈ ਦੇ ਲੂਪ ਕਿਸ ਤਰ੍ਹਾਂ ਦੇ ਨੇ? ਤੁਹਾਡੀ ਟੀ ਦੇ ਸਟੈਮ ਉੱਪਰ ਬਾਰ ਕਿਸ ਤਰ੍ਹਾਂ ਦਾ ਹੈ? ਤੁਹਾਡੀ ਟੀ ਦਾ ਬਾਰ ਕਿੱਥੇ ਹੈ? ਨੀਵਾਂ ਹੈ, ਬਹੁਤ ਨੀਵਾਂ ਹੈ? ਤੁਹਾਡੇ ਦੁਆਰਾ ਲਿਖੇ ਐਫ ਦੇ ਲੂਪ ਕਿਸ ਤਰ੍ਹਾਂ ਦੇ ਨੇ? ਤੁਹਾਡੀ ਹੈਂਡਰਾਈਟਿੰਗ ਵਿੱਚ ਆਈ ਉੱਪਰ ਲੱਗੇ ਡਾਟ ਕਿਸ ਕਿਸਮ ਦੇ ਨੇ ਤੇ ਕਿੱਥੇ ਲਗਾਏ ਗਏ ਨੇ ਜਾਂ ਲਗਾਏ ਹੀ ਨਹੀਂ ਗਏ? ਤੇ ਅਜਿਹੇ ਹੋਰ ਬਹੁਤ ਸਾਰੇ ਫੀਚਰ। ਸ਼ਾਇਦ ਅਸੀਂ ਆਪਣੀ ਹੈਂਡਰਾਈਟਿੰਗ ਦੇ ਇਹਨਾਂ ਫੀਚਰਸ ਵੱਲ ਕਦੇ ਬਹੁਤਾ ਧਿਆਨ ਨਹੀਂ ਦਿੱਤਾ ਹੁੰਦਾ, ਪਰੰਤੂ ਗ੍ਰਾਫੋਲੋਜੀ ਦੇ ਜਾਣਕਾਰ ਇਹ ਦੱਸਦੇ ਨੇ ਕਿ ਸਾਡੀ ਹੈਂਡਰਾਈਟਿੰਗ ਦੇ ਇਹ ਸਾਰੇ ਫੀਚਰ ਦਰਅਸਲ ਸਾਡੀ ਪਰਸਨੈਲਿਟੀ ਨੂੰ ਹੀ ਦਰਸਾਉਂਦੇ ਨੇ। ਸਾਡੇ ਅੰਦਰ ਕਿਸੇ ਸਮੇਂ ਕਿਸ ਤਰ੍ਹਾਂ ਦਾ ਮੂਡ ਹੈ, ਡਿਪਰੈਸ਼ਨ ਹੈ, ਸਟ੍ਰੈਸ ਹੈ, ਖੁਸ਼ੀ ਹੈ, ਸਾਡੀ ਜ਼ਿੰਦਗੀ ਦਾ ਭਾਵਨਾਤਮਕ ਪੱਖ, ਸਾਡੀ ਫੈਸਲੇ ਲੈਣ ਦੀ ਸਮਰੱਥਾ, ਅਸੀਂ ਐਕਸਟ੍ਰੋਵਰਟ ਹਾਂ ਜਾਂ ਇੰਟਰੋਵਰਟ ਹਾਂ, ਤੇ ਸਾਡੀ ਪਰਸਨੈਲਿਟੀ ਦੇ ਅਜਿਹੇ ਹੋਰ ਬਹੁਤ ਸਾਰੇ ਗੁਣ ਸਾਡੀ ਹੈਂਡਰਾਈਟਿੰਗ ਨਾਲ ਜੁੜੇ ਹੁੰਦੇ ਹਨ। ਇਸ ਛੋਟੀ ਜਿਹੀ ਵੀਡੀਓ ਵਿੱਚ ਮੈਂ ਹੈਂਡਰਾਈਟਿੰਗ ਦੇ ਇੱਕ ਟ੍ਰੇਟ ਜਾਂ ਇੱਕ ਫੀਚਰ ਦੀ ਗੱਲ ਕਰਾਂਗਾ, ਹੈਂਡਰਾਈਟਿੰਗ ਦੀ ਸਲਾਂਟ। ਯਾਨੀ ਕਿ ਜਦ ਅਸੀਂ ਲਿਖਦੇ ਹਾਂ ਤਾਂ ਸਾਡੀ ਹੈਂਡਰਾਈਟਿੰਗ ਸੱਜੇ ਪਾਸੇ ਵੱਲ ਝੁਕਦੀ ਹੈ, ਖੱਬੇ ਪਾਸੇ ਵੱਲ ਝੁਕਦੀ ਹੈ, ਜਾਂ ਸਾਡੀ ਹੈਂਡਰਾਈਟਿੰਗ ਖੜਵੇਂ ਰੁਖ ਵਿੱਚ ਹੈ। ਤੇ ਨਾਲ ਹੀ ਅਸੀਂ ਗੱਲ ਕਰਾਂਗੇ ਕਿ ਉਹ ਕਿਹੜੇ ਨੇ ਟ੍ਰੇਟ ਜੋ ਹੈਂਡਰਾਈਟਿੰਗ ਦੀ ਇਸ ਸਲਾਂਟ ਦੇ ਨਾਲ ਜੁੜੇ ਨੇ। ਕਿਵੇਂ ਸਾਡੀ ਹੈਂਡਰਾਈਟਿੰਗ ਦੀ ਸਲਾਂਟ ਦੱਸਦੀ ਹੈ ਸਾਡੀ ਪਰਸਨੈਲਿਟੀ ਦੇ ਕੁਝ ਖਾਸ ਗੁਣਾਂ ਬਾਰੇ। ਦੋਸਤੋ, ਜੇਕਰ ਤੁਸੀਂ ਆਪਣੀ ਹੈਂਡਰਾਈਟਿੰਗ ਦੀ ਸਲਾਂਟ ਨੂੰ ਧਿਆਨ ਨਾਲ ਦੇਖੋਗੇ ਤਾਂ ਹੋ ਸਕਦਾ ਹੈ ਕਿ ਤੁਹਾਡੀ ਹੈਂਡਰਾਈਟਿੰਗ ਬਿਲਕੁਲ ਵਰਟੀਕਲ ਹੋਵੇ, ਸਿੱਧੀ ਖੜਵੀਂ ਹੈਂਡਰਾਈਟਿੰਗ ਹੋਵੇ, ਜਿਸ ਤਰ੍ਹਾਂ ਇਹ ਸ਼ਬਦ ਪੈਥੋਲੋਜੀਕਲ ਲਿਖਿਆ ਹੋਇਆ ਹੈ। ਦੂਸਰੀ ਸਥਿਤੀ ਇਹ ਹੋ ਸਕਦੀ ਹੈ ਕਿ ਤੁਹਾਡੀ ਹੈਂਡਰਾਈਟਿੰਗ ਦਾ ਝੁਕਾਅ ਸੱਜੇ ਪਾਸੇ ਵੱਲ ਹੋਵੇ, ਜਿਵੇਂ ਇਹ ਸ਼ਬਦ ਕਲੰਪਿੰਗ ਲਿਖਿਆ ਹੋਇਆ ਹੈ। ਹਰੇ ਰੰਗ ਦੀਆਂ ਲਾਈਨਾਂ B ਤੇ C ਸੱਜੇ ਹੱਥ ਦੇ ਝੁਕਾਅ ਦੀ ਵੱਖ-ਵੱਖ ਡਿਗਰੀ ਨੂੰ ਦਰਸਾਉਂਦੀਆਂ ਨੇ। ਤੀਸਰੀ ਸਥਿਤੀ ਇਹ ਹੋ ਸਕਦੀ ਹੈ ਕਿ ਤੁਹਾਡੀ ਹੈਂਡਰਾਈਟਿੰਗ ਦਾ ਝੁਕਾਅ ਖੱਬੇ ਪਾਸੇ ਵੱਲ ਹੋਵੇ, ਜਿਵੇਂ ਇਹ ਸ਼ਬਦ ਇਲੈਕਟ੍ਰਿਕ ਲਿਖਿਆ ਹੋਇਆ ਹੈ। ਨੀਲੇ ਰੰਗ ਦੀਆਂ ਇਹ ਲਾਈਨਾਂ D ਤੇ E ਖੱਬੇ ਪਾਸੇ ਦੇ ਝੁਕਾਅ ਨੂੰ ਦਰਸਾਉਂਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਤੁਹਾਡੀ ਹੈਂਡਰਾਈਟਿੰਗ ਵਿੱਚ ਵਰਟੀਕਲ ਰਾਈਟ ਜਾਂ ਲੈਫਟ ਦਾ ਕੋਈ ਕਲੀਅਰ ਕੱਟ ਪੈਟਰਨ ਨਾ ਹੋਵੇ ਤੇ ਤੁਹਾਡੀ ਹੈਂਡਰਾਈਟਿੰਗ ਵਿੱਚ ਸਿੱਧੇ ਅੱਖਰ ਵੀ ਹੋਣ, ਸ਼ਬਦ ਸੱਜੇ ਪਾਸੇ ਵੀ ਜਾ ਰਹੇ ਹੋਣ, ਖੱਬੇ ਪਾਸੇ ਵੀ ਜਾ ਰਹੇ ਹੋਣ। ਇਸ ਤਰ੍ਹਾਂ ਦੀ ਹੈਂਡਰਾਈਟਿੰਗ ਵਿੱਚ ਹੈਂਡਰਾਈਟਿੰਗ ਦੀ ਸਲਾਂਟ ਇਰਰੈਗੂਲਰ ਸਲਾਂਟ ਹੁੰਦੀ ਹੈ। ਇੱਕ ਅਨੁਮਾਨ ਅਨੁਸਾਰ ਦੁਨੀਆ ਵਿੱਚ ਬਹੁਤੇ ਲੋਕਾਂ ਦੀ ਹੈਂਡਰਾਈਟਿੰਗ ਦਾ ਝੁਕਾਅ ਸੱਜੇ ਪਾਸੇ ਹੁੰਦਾ ਹੈ। ਲਗਭਗ 77% ਲੋਕਾਂ ਦੀ ਹੈਂਡਰਾਈਟਿੰਗ ਦਾ ਝੁਕਾਅ ਸੱਜੇ ਪਾਸੇ ਹੁੰਦਾ ਹੈ, ਜਦਕਿ ਕੇਵਲ 15% ਲੋਕਾਂ ਵਿੱਚ ਇਹ ਸਲਾਂਟ ਲੈਫਟ ਸਾਈਡ ਵੱਲ ਹੈ ਤੇ 8% ਲੋਕਾਂ ਦੇ ਵਿੱਚ ਹੈਂਡਰਾਈਟਿੰਗ ਵਰਟੀਕਲ, ਸਿੱਧੀ ਖੜਵੀਂ ਹੈਂਡਰਾਈਟਿੰਗ ਹੁੰਦੀ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਹੈਂਡਰਾਈਟਿੰਗ ਦੀ ਸਲਾਂਟ ਵਰਟੀਕਲ ਹੁੰਦੀ ਹੈ, ਹੈਂਡਰਾਈਟਿੰਗ ਖੜਵੇਂ ਰੁਖ ਵਿੱਚ ਹੁੰਦੀ ਹੈ, ਉਹਨਾਂ ਵਿਅਕਤੀਆਂ ਦਾ ਆਪਣੀਆਂ ਭਾਵਨਾਵਾਂ ਉੱਪਰ ਇੱਕ ਮਜ਼ਬੂਤ ਨਿਯੰਤਰਣ ਜਾਂ ਕੰਟਰੋਲ ਹੁੰਦਾ ਹੈ। ਸਟਰੋਂਗ ਕੰਟਰੋਲ ਓਵਰ ਦੇਅਰ ਇਮੋਸ਼ਨਸ। ਆਪਣੇ ਫੈਸਲੇ ਲੈਣ ਲੱਗਿਆਂ ਉਹ ਆਪਣੇ ਦਿਮਾਗ ਨੂੰ ਦਿਲ ਨਾਲੋਂ ਜ਼ਿਆਦਾ ਤਰਜੀਹ ਦਿੰਦੇ ਹਨ। ਅਜਿਹਾ ਨਹੀਂ ਹੁੰਦਾ ਕਿ ਇਹਨਾਂ ਵਿਅਕਤੀਆਂ ਦੀ ਲਾਈਫ ਵਿੱਚ ਭਾਵਨਾਤਮਕ ਪੱਖ ਨਹੀਂ ਹੁੰਦਾ। ਦਰਅਸਲ ਉਹ ਆਪਣੀਆਂ ਭਾਵਨਾਵਾਂ ਨੂੰ ਆਪਣੇ ਕੰਟਰੋਲ ਵਿੱਚ ਰੱਖਦੇ ਨੇ। ਅਜਿਹੇ ਵਿਅਕਤੀ ਇਕੱਲਿਆਂ ਕੰਮ ਨੂੰ ਵਧੇਰੇ ਵਧੀਆ ਢੰਗ ਨਾਲ ਕਰਨਾ ਪਸੰਦ ਕਰਦੇ ਨੇ। ਮਿਸਾਲ ਵਜੋਂ, ਜੇਕਰ ਅਸੀਂ ਇਹ ਮੰਨ ਲਈਏ ਕਿ ਕੋਈ ਵਿਦਿਆਰਥੀ ਚੰਡੀਗੜ੍ਹ PG ਵਿੱਚ ਰਹਿ ਕੇ 1 ਸਾਲ ਤੋਂ ਕਿਸੇ ਟੈਸਟ ਦੀ ਤਿਆਰੀ ਕਰ ਰਿਹਾ ਹੈ। 10 ਮਾਰਚ ਨੂੰ ਉਸ ਦਾ ਟੈਸਟ ਹੈ, ਪਰੰਤੂ 5 ਮਾਰਚ ਨੂੰ ਉਸ ਨੂੰ ਘਰੋਂ ਇਹ ਸੁਨੇਹਾ ਮਿਲਦਾ ਹੈ
ਕਿ ਘਰ ਉਸਦੇ ਚਾਚੇ ਦੇ ਲੜਕੇ ਦੀ ਮੈਰਿਜ ਹੈ ਅਤੇ ਉਹ ਆ ਕੇ ਉਸ ਮੈਰਿਜ ਵਿੱਚ ਸ਼ਾਮਲ ਹੋ ਜਾਵੇ। ਦੋਸਤੋ, ਜੇਕਰ ਉਸ ਵਿਦਿਆਰਥੀ ਦੀ ਹੈਂਡਰਾਈਟਿੰਗ ਦੀ ਸਲਾਂਟ ਵਰਟੀਕਲ ਹੋਈ ਤਾਂ ਜ਼ਿਆਦਾ ਸੰਭਾਵਨਾ ਇਹ ਹੈ ਕਿ ਉਹ ਤੱਥ ਅਤੇ ਤਰਕ ਨੂੰ ਤਰਜੀਹ ਦੇਵੇਗਾ। ਉਹ ਆਪਣੇ ਫੈਸਲੇ ਵਿੱਚ ਦਿਲ ਨੂੰ ਹਾਵੀ ਨਹੀਂ ਹੋਣ ਦੇਵੇਗਾ ਅਤੇ ਉਹ ਇਹੀ ਫੈਸਲਾ ਕਰੇਗਾ ਕਿ ਜਿਸ ਟੈਸਟ ਦੀ ਉਹ ਤਿਆਰੀ ਕਰ ਰਿਹਾ ਹੈ, 10 ਤਰੀਕ ਨੂੰ ਉਹ ਟੈਸਟ ਹੈ, ਉਹ ਟੈਸਟ ਦੇ ਕੇ ਉਸ ਤੋਂ ਬਾਅਦ ਹੀ ਚਾਚੇ ਦੇ ਮੁੰਡੇ ਨੂੰ ਮਿਲਣ ਜਾਵੇਗਾ। ਅਜਿਹਾ ਨਹੀਂ ਹੋਵੇਗਾ ਕਿ ਉਹ ਉਸ ਭਾਵਨਾਤਮਕ ਵਹਾਅ ਵਿੱਚ ਆ ਕੇ ਟੈਸਟ ਨੂੰ ਭੁੱਲ ਜਾਵੇਗਾ ਅਤੇ ਵਿਆਹ ਦੇਖਣ ਚਲਾ ਜਾਵੇਗਾ। ਕਹਿਣ ਤੋਂ ਭਾਵ ਇਹ ਹੈ ਕਿ ਵਰਟੀਕਲ ਸਲਾਂਟ ਰੱਖਣ ਵਾਲੇ ਵਿਅਕਤੀਆਂ ਵਿੱਚ ਭਾਵਨਾਤਮਕ ਪੱਖ ਤਾਂ ਹੁੰਦਾ ਹੈ, ਲੇਕਿਨ ਉਹਨਾਂ ਦਾ ਹੈਡ ਉਹਨਾਂ ਦੇ ਹਾਰਟ ਦੇ ਉੱਪਰ ਰੂਲ ਕਰਦਾ ਹੈ। ਹੈਂਡਰਾਈਟਿੰਗ ਵਿੱਚ ਵਰਟੀਕਲ ਸਲਾਂਟ ਰੱਖਣ ਵਾਲੇ ਵਿਅਕਤੀ ਥੋੜ੍ਹੇ ਰਿਜ਼ਰਵ ਨੇਚਰ ਦੇ ਹੁੰਦੇ ਹਨ। ਉਹ ਬਹੁਤਾ ਖੁੱਲ੍ਹ ਕੇ ਦੂਸਰਿਆਂ ਨਾਲ ਘੁਲ ਮਿਲ ਜਾਣਾ ਪਸੰਦ ਨਹੀਂ ਕਰਦੇ। ਪਰੰਤੂ ਜਿਵੇਂ ਜਿਵੇਂ ਸਾਡੀ ਹੈਂਡਰਾਈਟਿੰਗ ਦੀ ਸਲਾਂਟ ਸੱਜੇ ਹੱਥ ਵੱਲ ਜਾਣਾ ਸ਼ੁਰੂ ਕਰਦੀ ਹੈ ਤਾਂ ਸਾਡੇ ਦਿਮਾਗ ਉੱਪਰ ਸਾਡਾ ਦਿਲ ਆਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿੰਦਾ ਹੈ। ਜੇਕਰ ਹੈਂਡਰਾਈਟਿੰਗ ਦੀ ਸਲਾਂਟ ਥੋੜ੍ਹੀ ਜਿਹੀ ਸੱਜੇ ਵੱਲ ਹੋਵੇ ਤਾਂ ਇਹ ਵਿਅਕਤੀ ਐਕਸਪ੍ਰੈਸਿਵ ਹੁੰਦੇ ਨੇ। ਕਹਿਣ ਤੋਂ ਭਾਵ ਕਿ ਥੋੜ੍ਹੇ ਐਕਸਟਰੋਵਰਟ ਹੁੰਦੇ ਨੇ। ਦੂਸਰਿਆਂ ਨੂੰ ਮਿਲਣਾ, ਦੂਸਰਿਆਂ ਨਾਲ ਫਰੈਂਡਲੀ ਹੋਣਾ ਉਹਨਾਂ ਨੂੰ ਚੰਗਾ ਲੱਗਦਾ ਹੈ। ਵੱਖ-ਵੱਖ ਮੌਕਿਆਂ 'ਤੇ ਉਹ ਆਪਣੇ ਓਪੀਨੀਅਨ ਉਹ ਵੀ ਐਕਸਪ੍ਰੈਸ ਕਰਦੇ ਨੇ ਅਤੇ ਨਾਲ ਹੀ ਅਜਿਹੇ ਵਿਅਕਤੀਆਂ ਦਾ ਆਪਣੇ ਅੰਦਰਲੀਆਂ ਧਾਰਨਾਵਾਂ ਪ੍ਰਤੀ ਵੀ ਪੂਰਾ ਵਿਸ਼ਵਾਸ ਹੁੰਦਾ ਹੈ। ਉਹ ਥੋੜ੍ਹੇ ਫਿਊਚਰ ਵੱਲ ਵੀ ਓਰੀਐਂਟਡ ਹੁੰਦੇ ਹਨ ਅਤੇ ਸਾਨੂੰ ਉਹ ਥੋੜ੍ਹੇ ਦਿਆਲੂ ਅਤੇ ਪਿਆਰ ਕਰਨ ਵਾਲੇ ਜਾਪਦੇ ਹਨ। ਇੱਥੇ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਥੋੜ੍ਹੀ ਜਿਹੀ ਰਾਈਟ ਸਲਾਂਟ ਦਾ ਮਤਲਬ ਦਿਲ ਦਾ ਥੋੜ੍ਹਾ ਜਿਹਾ ਰੋਲ, ਦਿਲ ਦਾ ਦਿਮਾਗ ਉੱਪਰ ਥੋੜ੍ਹਾ ਜਿਹਾ ਹਾਵੀ ਹੋਣਾ, ਪਰ ਇੰਨਾ ਵੀ ਹਾਵੀ ਨਹੀਂ ਹੋਣਾ ਕਿ ਉਹ ਵਿਅਕਤੀ ਭਾਵਨਾਵਾਂ ਵਿੱਚ ਬਿਲਕੁਲ ਹੀ ਤੱਥ ਜਾਂ ਤਰਕ ਨੂੰ ਅੱਖੋਂ ਪਰੋਖੇ ਕਰਦਾ ਹੋਵੇ। ਇਸ ਦੇ ਉਲਟ ਜੇਕਰ ਹੈਂਡਰਾਈਟਿੰਗ ਦੀ ਸਲਾਂਟ ਬਹੁਤ ਜ਼ਿਆਦਾ ਸੱਜੇ ਵੱਲ ਹੋ ਜਾਵੇ ਤਾਂ ਅਜਿਹੀ ਸਥਿਤੀ ਵਿੱਚ ਕੀ ਹੁੰਦਾ ਹੈ ਕਿ ਇਹ ਸੰਭਾਵਨਾ ਬਣ ਜਾਂਦੀ ਹੈ ਕਿ ਭਾਵਨਾਵਾਂ ਥੋੜ੍ਹੀਆਂ ਜ਼ਿਆਦਾ ਹਾਵੀ ਹੋ ਜਾਣ। ਯਾਨੀ ਜਿਸ ਤਰ੍ਹਾਂ ਅਸੀਂ ਪਹਿਲੀ ਐਗਜ਼ਾਮਪਲ ਦੇ ਵਿੱਚ ਇੱਕ ਵਿਦਿਆਰਥੀ ਦੇ ਟੈਸਟ ਤਿਆਰ ਕਰਨ ਦੀ ਗੱਲ ਕਹੀ ਸੀ, ਤਾਂ ਹੋ ਸਕਦਾ ਹੈ ਕਿ ਬਹੁਤੀ ਹੈਂਡਰਾਈਟਿੰਗ ਜੇ ਸੱਜੇ ਹੱਥ ਹੈ ਤਾਂ ਉਹ ਕਹੇ ਯਾਰ ਕਿ ਪੇਪਰ ਤਾਂ ਹੋ ਹੀ ਜਾਣਾ, ਫਿਰ 6 ਮਹੀਨੇ ਨੂੰ ਹੋ ਜਾਣਾ ਅਤੇ ਚਾਚੇ ਦੇ ਮੁੰਡੇ ਦਾ ਵਿਆਹ ਤਾਂ ਵਾਰ-ਵਾਰ ਨਹੀਂ ਆਉਣਾ, ਚੱਲਦੇ ਹਾਂ ਫਿਰ ਦੇਖ ਲਵਾਂਗੇ ਟੈਸਟ ਦਾ ਕੀ ਬਣਦਾ। ਤਾਂ ਉਹ ਉਸ ਤਰ੍ਹਾਂ ਭਾਵਨਾਵਾਂ ਉਸ ਦੇ ਉੱਪਰ ਹਾਵੀ ਹੋ ਸਕਦੀਆਂ ਨੇ। ਤਾਂ ਅਜਿਹਾ ਕਰਨ ਦੇ ਨਾਲ ਨਾਲ ਜਿੰਨਾ ਭਾਵਨਾਤਮਕ ਪੱਖ ਜ਼ਿਆਦਾ ਹਾਵੀ ਹੁੰਦਾ ਹੈ ਅਤੇ ਹੈਂਡਰਾਈਟਿੰਗ ਜ਼ਿਆਦਾ ਸੱਜੇ ਹੱਥ ਵੱਲ ਜਾਂਦੀ ਹੈ ਤਾਂ ਅਸੀਂ ਦੂਸਰਿਆਂ ਉੱਪਰ ਇਮੋਸ਼ਨਲੀ ਡਿਪੈਂਡ ਹੋਣਾ ਵੀ ਸ਼ੁਰੂ ਹੋ ਜਾਂਦੇ ਹਾਂ। ਯਾਨੀ ਸਾਨੂੰ ਸਾਡੇ ਇਮੋਸ਼ਨ ਜਾਂ ਭਾਵਨਾਵਾਂ ਜਿਹੜੀਆਂ ਨੇ ਉਹ ਮਜਬੂਰ ਕਰ ਸਕਦੀਆਂ ਨੇ ਕਿ ਥੋੜ੍ਹਾ ਤੱਥ ਜਾਂ ਤਰਕ ਅੱਖੋਂ ਪਰੋਖੇ ਕਰਨੇ ਸ਼ੁਰੂ ਕਰ ਦੇਈਏ। ਤਾਂ ਅਸੀਂ ਬਹੁਤ ਜ਼ਿਆਦਾ ਐਕਸਪ੍ਰੈਸਿਵ ਹੋ ਜਾਂਦੇ ਹਾਂ ਅਤੇ ਸੈਂਸਿਟਿਵ ਵੀ ਹੋ ਜਾਂਦੇ ਹਾਂ, ਕਿਉਂਕਿ ਭਾਵਨਾਤਮਕ ਪੱਖ ਜਿਵੇਂ ਜਿਵੇਂ ਜ਼ਿਆਦਾ ਹਾਵੀ ਹੁੰਦਾ ਹੈ ਤਾਂ ਸਾਡੀ ਸੈਂਸਿਟਿਵਿਟੀ ਵੀ ਵੱਧਦੀ ਜਾਂਦੀ ਹੈ। ਤਾਂ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਫਿਰ ਸੈਲਫ ਕੰਟਰੋਲ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇੱਕ ਤਰ੍ਹਾਂ ਦਾ ਇੰਪਲਸਿਵ ਬਿਹੇਵੀਅਰ ਜੋ ਹੈ ਉਹ ਸਾਡੇ ਵਿੱਚ ਆਪਣਾ ਰੰਗ ਵਿਖਾਉਣ ਲੱਗ ਪੈਂਦਾ ਹੈ। ਰਾਈਟ ਹੈਂਡ ਸਲਾਂਟ ਦੇ ਉਲਟ ਜਿਨ੍ਹਾਂ ਵਿਅਕਤੀਆਂ ਵਿੱਚ ਹੈਂਡਰਾਈਟਿੰਗ ਦੀ ਸਲਾਂਟ ਲੈਫਟ ਹੈਂਡ ਵੱਲ ਹੁੰਦੀ ਹੈ ਉਹ ਵਿਅਕਤੀ ਇਮੋਸ਼ਨਲ ਪੱਖੋਂ ਬਿਲਕੁਲ ਇੰਡੀਪੈਂਡੈਂਟ ਹੁੰਦੇ ਹਨ। ਉਹਨਾਂ ਦੇ ਫੈਸਲਿਆਂ ਵਿੱਚ ਦਿਲ ਦਾ ਕੋਈ ਸਥਾਨ ਨਹੀਂ ਹੁੰਦਾ। ਉਹਨਾਂ ਦੇ ਫੈਸਲੇ ਫੀਲਿੰਗਸ ਦੀ ਬਜਾਏ ਫੈਕਟਸ 'ਤੇ ਆਧਾਰਿਤ ਹੁੰਦੇ ਹਨ। ਲੈਫਟ ਹੈਂਡ ਵਾਲੇ ਜ਼ਿਆਦਾਤਰ ਇੰਟਰੋਵਰਟ ਹੁੰਦੇ ਨੇ ਅਤੇ ਸੈਲਫ ਕੰਟੇਨਡ ਹੁੰਦੇ ਹਨ। ਉਹਨਾਂ ਨੂੰ ਆਪਣੀਆਂ ਫੀਲਿੰਗਸ ਐਕਸਪ੍ਰੈਸ ਕਰਨ ਵਿੱਚ ਬਹੁਤ ਕਠਿਨਾਈ ਆਉਂਦੀ ਹੈ ਅਤੇ ਜੇਕਰ ਉਹਨਾਂ ਨੂੰ ਜਾ ਕੇ ਅਜਨਬੀ ਲੋਕਾਂ ਵਿੱਚ ਰਹਿਣਾ ਪਵੇ ਤਾਂ ਉੱਥੇ ਫਿਰ ਉਹਨਾਂ ਨੂੰ ਅਜਨਬੀਆਂ ਵਿੱਚ ਘੁਲ ਮਿਲ ਜਾਣਾ ਔਖਾ ਲੱਗਦਾ ਹੈ। ਜੇਕਰ ਹੈਂਡਰਾਈਟਿੰਗ ਦੀ ਸਲਾਂਟ ਬਹੁਤ ਜ਼ਿਆਦਾ ਖੱਬੇ ਹੱਥ ਵੱਲ ਚਲੀ ਜਾਵੇ ਤਾਂ ਅਜਿਹੇ ਵਿਅਕਤੀ ਦੂਸਰਿਆਂ ਦੀ ਨੇੜਤਾ ਤੋਂ ਇੱਕ ਤਰੀਕੇ ਨਾਲ ਘਬਰਾਉਣ ਹੀ ਲੱਗ ਜਾਂਦੇ ਨੇ ਅਤੇ ਡਿਫੈਂਸਿਵ ਵੀ ਹੋ ਸਕਦੇ ਨੇ। ਪਰੰਤੂ ਇੱਥੇ ਲੈਫਟ ਹੈਂਡ ਸਲਾਂਟ ਦੀ ਇੱਕ ਐਡਵਾਂਟੇਜ ਵੀ ਹੁੰਦੀ ਹੈ, ਕਿਉਂਕਿ ਉਹਨਾਂ ਵਿਅਕਤੀਆਂ ਦੀ ਊਰਜਾ ਦਾ ਬਹੁਤਾ ਹਿੱਸਾ ਉਹਨਾਂ ਤੱਕ ਹੀ ਸੀਮਿਤ ਹੁੰਦਾ ਹੈ ਅਤੇ ਉਹ ਆਪਣੀ ਊਰਜਾ ਜਾਂ ਸਮੇਂ ਨੂੰ ਸੋਸ਼ਲਾਈਜੇਸ਼ਨ ਜਾਂ ਦੋਸਤਾਂ ਮਿੱਤਰਾਂ ਦੀਆਂ ਜਾਂ ਸਮਾਜ ਦੀਆਂ ਇਹੋ ਜਿਹੀਆਂ
ਐਕਸਟਰੋਵਰਟ ਐਕਟੀਵਿਟੀਜ਼ ਵਿੱਚ ਨਹੀਂ ਲਗਾਉਂਦੇ ਤਾਂ ਉਹਨਾਂ ਦਾ ਸਮਾਂ ਤੇ એનર્ਜੀ ਉਹਨਾਂ ਕੋਲ ਹੀ ਹੁੰਦਾ ਹੈ, ਤੇ ਜੇਕਰ ਉਹ ਕਿਸੇ ਵਿਸ਼ੇਸ਼ ਫੀਲਡ ਵਿੱਚ ਰੁਚੀ ਰੱਖਦੇ ਹੋਣ ਤਾਂ ਉਸ ਫੀਲਡ ਵਿੱਚ ਉਹਨਾਂ ਦੇ ਵੱਡੀਆਂ ਮੱਲਾਂ ਮਾਰਨ ਦੀ ਸੰਭਾਵਨਾ ਵੱਧ ਜਾਂਦੀ ਹੈ। ਲੈਫਟ ਹੈਂਡ ਸਲੈਂਟ ਤੋਂ ਬਾਅਦ ਜੇਕਰ ਅਸੀਂ ਹੈਂਡਰਾਈਟਿੰਗ ਦੀ ਇਰੈਗੂਲਰ ਸਲਾਂਟ ਦੀ ਗੱਲ ਕਰੀਏ ਤਾਂ ਜਿਨ੍ਹਾਂ ਵਿਅਕਤੀਆਂ ਵਿੱਚ ਹੈਂਡਰਾਈਟਿੰਗ ਦੀ ਸਲਾਂਟ ਇਰੈਗੂਲਰ ਹੁੰਦੀ ਹੈ, ਯਾਨੀ ਕਿ ਜਿਨ੍ਹਾਂ ਦੀ ਹੈਂਡਰਾਈਟਿੰਗ ਵਿੱਚ ਸੱਜੇ ਵੀ ਖੱਬੇ ਵੀ ਤੇ ਵਰਟੀਕਲ ਸਾਰੇ ਤਰ੍ਹਾਂ ਦੀ ਕੰਬੀਨੇਸ਼ਨ ਮਿਲਦੀ ਹੈ, ਅਜਿਹੇ ਵਿਅਕਤੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਮੂਡੀਨੈਸ ਵੀ ਉਹਨਾਂ ਦੇ ਸੁਭਾਅ ਦਾ ਇੱਕ ਹਿੱਸਾ ਹੁੰਦੀ ਹੈ, ਉਹਨਾਂ ਦੇ ਮੂਡ 'ਤੇ ਚੀਜ਼ਾਂ ਡਿਪੈਂਡ ਕਰਦੀਆਂ ਨੇ। ਕਈ ਵਾਰ ਉਹਨਾਂ ਦਾ ਵਤੀਰਾ ਬਹੁਤ ਹੀ ਅਨਪ੍ਰੈਡਿਕਟੇਬਲ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਵਤੀਰਾ ਕਰਨ। ਹਾਂ, ਉਹ ਬਹੁਤ ਵਰਸਾਟਾਈਲ ਹੁੰਦੇ ਨੇ, ਉਹਨਾਂ ਦੀਆਂ ਰੁਚੀਆਂ ਵਿੱਚ ਬਹੁਤ ਭਿੰਨਤਾ ਹੁੰਦੀ ਹੈ ਤੇ ਇੱਕ ਸਮੇਂ ਉਹਨਾਂ ਦੇ ਮਨ ਅੰਦਰ ਦੋ ਵਿਪਰੀਤ ਕਿਸਮ ਦੀਆਂ ਫੀਲਿੰਗਸ ਵੀ ਕੰਮ ਕਰ ਸਕਦੀਆਂ ਨੇ। ਇਸ ਗੱਲਬਾਤ ਵਿੱਚ ਅਸੀਂ ਇਹ ਵੇਖਿਆ ਹੈ ਕਿ ਕਿਸ ਤਰ੍ਹਾਂ ਸਾਡੀ ਹੈਂਡਰਾਈਟਿੰਗ ਦੀ ਸਲਾਂਟ ਇਹ ਦੱਸਦੀ ਹੈ ਕਿ ਅਸੀਂ ਹੈਡ ਰੂਲਰ ਹਾਂ ਜਾਂ ਅਸੀਂ ਹਾਰਟ ਰੂਲਰ, ਅਸੀਂ ਐਕਸਟਰੋਵਰਟ ਹਾਂ ਜਾਂ ਇੰਟਰੋਵਰਟ, ਤੇ ਸਾਡੀਆਂ ਫੀਲਿੰਗਸ ਸਾਡੇ ਫੈਸਲਿਆਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਨੇ। ਦੋਸਤੋ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਹੈਂਡਰਾਈਟਿੰਗ ਐਨਾਲਿਸਿਸ ਇੱਕ ਬਹੁਤ ਹੀ ਰੌਚਕ ਵਿਸ਼ਾ ਹੈ, ਪਰੰਤੂ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਉਹ ਇਹ ਕਿ ਕਿਸੇ ਵੀ ਵਿਅਕਤੀ ਦੀ ਹੈਂਡਰਾਈਟਿੰਗ ਦੇ ਸਿਰਫ ਇੱਕ ਪੱਖ ਨੂੰ ਜਾਣਨ ਤੋਂ ਬਾਅਦ ਅਸੀਂ ਉਸ ਵਿਅਕਤੀ ਦੀ ਪਰਸਨੈਲਿਟੀ ਬਾਰੇ ਕੋਈ ਅੰਤਮ ਟਿੱਪਣੀ ਨਹੀਂ ਕਰ ਸਕਦੇ। ਕਿਸੇ ਵੀ ਵਿਅਕਤੀ ਦੀ ਪਰਸਨੈਲਿਟੀ ਦੇ ਬਾਰੇ ਕੁਝ ਟਿੱਪਣੀਆਂ ਕਰਨ ਤੋਂ ਪਹਿਲਾਂ ਸਾਨੂੰ ਉਸ ਦੀ ਹੈਂਡਰਾਈਟਿੰਗ ਦੇ ਵੱਖ-ਵੱਖ ਸੈਂਪਲਸ ਅਤੇ ਵੱਖ-ਵੱਖ ਫੀਚਰਸ ਨੂੰ ਚੰਗੀ ਤਰ੍ਹਾਂ ਐਨਾਲਾਈਜ਼ ਕਰਨਾ ਪਵੇਗਾ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਜੇਕਰ ਅਸੀਂ ਆਪਣੀ ਹੈਂਡਰਾਈਟਿੰਗ ਦੇ ਐਨਾਲਿਸਿਸ ਤੋਂ ਬਾਅਦ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਆਪਣੀ ਹੈਂਡਰਾਈਟਿੰਗ ਵਿੱਚ ਕੁਝ ਲਾਹੇਵੰਦ ਨੁਕਤੇ ਸ਼ਾਮਲ ਕਰ ਲੈਂਦੇ ਹਾਂ ਤਾਂ ਉਹ ਨੁਕਤੇ ਸਾਡੀ ਪਰਸਨੈਲਿਟੀ ਅਤੇ ਸਾਡੇ ਕੈਰੀਅਰ ਦੋਨਾਂ ਲਈ ਉਪਯੋਗੀ ਸਾਬਤ ਹੋ ਸਕਦੇ ਹਨ। ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਕੁਝ ਇਕੱਲੇ ਅੱਖਰਾਂ ਦੀ ਤੇ ਉਹਨਾਂ ਨਾਲ ਜੁੜੇ ਹੋਏ ਪਰਸਨੈਲਿਟੀ ਟ੍ਰੇਟਸ ਦੀ ਗੱਲ ਕਰਾਂਗਾ। ਵੀਡੀਓ ਤੁਹਾਨੂੰ ਚੰਗਾ ਲੱਗਾ ਹੋਏ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।